हेलो एवरीवन वेलकम टू केमिस्ट्री रियल। ਅੱਜ ਬੇਟੇ ਆਪਾਂ ਕਲਾਸ 12th ਦਾ ਆਰਗੈਨਿਕ ਕੈਮਿਸਟਰੀ ਦਾ ਚੈਪਟਰ ਐਲਡੀਹਾਈਡਸ ਕੀਟੋਨਸ ਐਂਡ ਕਾਰਬੋਕਸਿਲਿਕ ਐਸਿਡਸ ਇਹ ਸ਼ੁਰੂ ਕਰਨਾ ਹੈ। ਸੋ ਬੇਟਾ ਇਸ ਚੈਪਟਰ ਦੇ ਵਿੱਚ ਅੱਜ ਦਾ ਇਹ ਲੈਕਚਰ ਮੈਂ ਫਰਦਰ ਕੋਈ ਟੌਪਿਕ ਨਹੀਂ ਚੁੱਕਣਾ, ਸਿਰਫ ਨੋਮਨਕਲੇਚਰ ਹੀ ਕਰਵਾਣਾ ਹੈ ਤੇ ਤੁਸੀਂ ਮੇਰੇ ਨਾਲ ਪ੍ਰੈਕਟਿਸ ਕਰੋਗੇ। ਠੀਕ ਹੈ, ਲਾਈਵ ਚੈਟ ਦੇ ਵਿੱਚ ਮੈਨੂੰ ਤੁਸੀਂ ਸਾਰੇ ਸਟਰਕਚਰਸ ਬਣਾ ਕੇ ਦੱਸੋਗੇ। ਜਿਹੜੇ ਮੈਂ ਸਟਰਕਚਰਸ ਡਰਾ ਕਰੂੰਗੀ ਉਹਨਾਂ ਦੇ ਨਾਮ ਦੱਸੋਗੇ। ਠੀਕ ਹੈ, ਸੋ ਅੱਜ ਦਾ ਆਪਣਾ ਇਹ 30 ਮਿੰਟਸ ਦਾ ਸੈਸ਼ਨ ਕੇਵਲ ਨੋਮਨਕਲੇਚਰ ਤੇ ਹੀ ਰਹੇਗਾ, ਐਲਡੀਹਾਈਡਸ ਕੀਟੋਨਸ ਤੇ ਕਾਰਬੋਕਸਿਲਿਕ ਐਸਿਡ ਐਂਡ देयर ਡੈਰੀਵੇਟਿਵਸ। ਸੋ ਲੈਟਸ ਬਿਗਿਨ ਵਿਦ ਦ ਵੀਡੀਓ। तो बेटे अपना टॉपिक है एल्डिहाइड्स कीटोन्स एंड कार्बोक्सिलिक एसिड्स और ये अपना ऑर्गेनिक केमिस्ट्री दा मोस्ट इंपॉर्टेंट चैप्टर है। दिस इज वेरी वेरी इंपॉर्टेंट चैप्टर और इस चैप्टर दे विच अक्सर बच्चों नू जो शॉर्टकमिंग महसूस होंदी है ना कि चैप्टर तो बेसिकली आसान है, पर क्योंकि बच्चों नू इन्हां दी नॉमनक्लेचर ही नहीं पता हुंदी, इस करके वो ਵੱਡੇ ਵੱਡੇ ਨਾਮਾਂ ਤੋਂ ਹੀ ਕਨਫਿਊਜ਼ ਹੋ ਜਾਂਦੇ ਆ। ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਪਤਾ ਨਹੀਂ ਇਹ ਕੀ ਚੀਜ਼ ਹੈ ਜੋ ਸਾਡੇ ਕੋਲੋਂ ਹੋ ਹੀ ਨਹੀਂ ਰਹੀ। ਇਹ ਕੋਈ ਭੂਤ ਪ੍ਰੇਤ ਨਹੀਂ ਹੈਗੇ ਬੇਟਾ, ਇਹ ਬਹੁਤ ਹੀ ਆਸਾਨੀ ਨਾਲ ਕੀਤੇ ਜਾ ਸਕਣ ਵਾਲੇ ਆਰਗੈਨਿਕ ਕੰਪਾਊਂਡਸ ਹੈ। ਸੋ ਆਪਾਂ ਅੱਜ ਆਪਣਾ ਫੀਅਰ ਫੈਕਟਰ ਇੱਥੇ ਥੋੜਾ ਜਿਹਾ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਸੋ ਆਪਾਂ ਐਲਡੀਹਾਈਡਸ ਨਾਲ ਸਭ ਤੋਂ ਪਹਿਲਾਂ ਦੋਸਤੀ ਕਰਦੇ ਹਾਂ। ਜਿਵੇਂ ਤੁਹਾਡੇ ਫਰੈਂਡਸ ਦੇ ਨਾਮ ਹੈ ਨਾ, ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਪੁਕਾਰਦੇ ਹੋ ਤੇ ਤੁਹਾਨੂੰ ਕਦੇ ਵੀ ਕੋਈ ਨਾਮ ਲੈਣਾ ਔਖਾ ਨਹੀਂ ਲੱਗਦਾ। ਠੀਕ ਹੈ, ਸੋ ਐਲਡੀਹਾਈਡਸ ਦੇ ਫਾਰਮੂਲੇ ਦੇ ਵਿੱਚ ਜੋ ਮੇਨ ਚੀਜ਼ ਹੈ ਉਹ ਹੈ ਪ੍ਰੈਜ਼ੈਂਸ ਆਫ ਕਾਰਬੋਨਿਲ ਕਾਰਬਨ। ਸੋ ਇੱਕ ਕਾਰਬਨ ਐਸੀ ਹੁੰਦੀ ਹੈ ਜਿਹਨੂੰ ਅਸੀਂ ਸਿੰਪਲ ਕਾਰਬਨ ਨਹੀਂ ਕਹਿੰਦੇ, ਉਹਨੂੰ ਅਸੀਂ ਕਹਿੰਦੇ ਹਾਂ ਕਾਰਬੋਨਿਲ ਕਾਰਬਨ। ਸੋ ਇੱਕ ਕਾਰਬਨ ਹੈ ਜਿੰਦੇ ਨਾਲ ਡਬਲ ਬੌਂਡ O ਲੱਗਿਆ ਹੋਇਆ ਹੈ। ਠੀਕ ਹੈ, ਔਰ ਇਹ ਅਲਕਾਈਲ ਗਰੁੱਪ ਦੇ ਨਾਲ ਇੱਕ ਪਾਸੇ ਕਨੈਕਟਡ ਹੈ ਔਰ ਦੂਜੇ ਪਾਸੇ ਹਾਈਡਰੋਜਨ ਹੁੰਦੀ ਹੈ ਇਹਦੇ। ਸੋ ਅਲਕਾਈਲ ਗਰੁੱਪ ਕੀ ਹੁੰਦਾ ਹੈ? ਜੇ ਅਲਕੇਨ ਦੇ ਵਿੱਚੋਂ ਇੱਕ ਹਾਈਡਰੋਜਨ ਕੱਢ ਦੋ ਤਾਂ ਉਹ ਅਲਕਾਈਲ ਗਰੁੱਪ ਬਣ ਜਾਂਦਾ ਹੈ, ਜਿਹਨੂੰ ਅਸੀਂ R ਗਰੁੱਪ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਆਪਾਂ ਸਾਰਿਆਂ ਨੂੰ ਇੰਨੀ ਕੁ ਚੀਜ਼ ਤਾਂ ਪਤਾ ਹੀ ਹੈ ਕਿ ਜੇ ਕਾਰਬਨਸ ਦੀ ਗਿਣਤੀ ਆਪਣੇ ਕੋਲੇ 1 ਹੋਵੇ, ਇਫ C is equal to 1, ਤਾਂ ਅਸੀਂ ਪ੍ਰੀਫਿਕਸ ਮਿਥ ਲਗਾਉਂਦੇ ਹਾਂ, ਤੇ ਜੇ C2 ਹੋਵੇ ਤਾਂ ਇਥ ਲਗਾਉਂਦੇ ਹਾਂ, ਅਗੇਤਰ। ਜੇ C3 ਹੋਵੇ ਤਾਂ ਪ੍ਰੋਪ, ਲਾਈਕ C4 ਹੋਵੇ ਤਾਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਬਿਊਟ। C5 ਹੋਵੇ ਤਾਂ ਉਹਦਾ ਨਾਮ ਹੋ ਜਾਂਦਾ ਹੈ ਪੈਂਟ। ਜੇ ਕਾਰਬਨ ਔਰ ਕਾਰਬਨ ਦੇ ਵਿਚਕਾਰ ਜਿੰਨੀ ਵੀ ਲੰਬੀ ਚੇਨ ਹੈ, ਜੇ ਸਾਰੇ ਸਿੰਗਲ ਬੌਂਡਸ ਹੈ ਨਾ, ਤਾਂ ਅਸੀਂ ਇਹਨੂੰ ਅਲਕੇਨ ਦਾ ਨਾਮ ਦਿੰਨੇ ਆ। ਫਾਈਨ, ਹੁਣ ਇਹ ਚੀਜ਼ਾਂ ਆਪਾਂ ਨੂੰ ਜੇ ਪਤਾ ਹੈ ਤਾਂ ਆਪਾਂ ਨੋਮਨਕਲੇਚਰ ਆਫ ਐਲਡੀਹਾਈਡ ਦੇ ਲਈ ਤਿਆਰ ਹੈ। ਨੋਮਨਕਲੇਚਰ ਦੇ ਵਿੱਚ ਕੋਈ ਮੰਤਰ ਨਹੀਂ ਪੜ੍ਹਨੇ, ਬਹੁਤ ਸੌਖੀ ਚੀਜ਼ ਹੈ। RCHO ਦਾ ਐਲਡੀਹਾਈਡ ਦਾ ਫਾਰਮੂਲਾ RCHO, ਜਿਹੜਾ ਹੁਣੇ ਤੁਹਾਨੂੰ ਮੈਂ ਕਾਰਬੋਨਿਲ ਕਾਰਬਨ ਵਾਲਾ ਸਟਰਕਚਰ ਬਣਾ ਕੇ ਦਿਖਾਇਆ ਨਾ, RCHO। ਠੀਕ ਹੈ, ਸੋ ਇਹਦਾ IUPAC ਨੇਮ ਹੁੰਦਾ ਹੈ, ਅਲਕੇਨ ਦੇ ਪਿੱਛੋਂ ਦੀ E ਕੱਟ ਦੋ ਤਾਂ ਉਹਦੀ ਜਗ੍ਹਾ ਤੇ AL ਲਗਾ ਦੋ। ਸੋ these are called alkanals। ਅਲਕੇਨ ਦੇ ਪਿੱਛੋਂ E ਕੱਟ ਕੇ AL ਲਗਾ ਦੋ, ਸੋ ਐਲਡੀਹਾਈਡਸ ਨੂੰ ਅਲਕੇਨਲ ਕਹਿੰਦੇ ਆ। ਠੀਕ ਹੈ, ਤਾਂ ਜੇ ਆਪਾਂ ਹੁਣ ਸਭ ਤੋਂ ਪਹਿਲਾਂ ਮੀਥੇਨਲ ਇਹਦਾ ਫਾਰਮੂਲਾ ਲਿਖੀਏ, then we will write formula for ethanol। ਫਿਰ ਤੁਸੀਂ ਬੇਟਾ ਪ੍ਰੋਪੇਨਲ, ਬਿਊਟੇਨਲ, ਪੈਂਟੇਨਲ, 5 ਟੋਟਲ ਫਾਰਮੂਲੇ, 2 ਮੈਂ ਕਰਵਾਉਂਗੀ, ਅਗਲੇ 3 ਤੁਸੀਂ ਹੁਣੇ ਹੀ ਲਾਈਵ ਚੈਟ ਦੇ ਵਿੱਚ ਲਿਖਣੇ ਆ। ਸੋ ਮੀਥੇਨਲ ਇੱਕ ਕਾਰਬਨ ਹੈ, ਉਹ ਆਪਣੇ ਕੋਲੇ ਫੰਕਸ਼ਨਲ ਗਰੁੱਪ ਵਾਲੀ ਹੀ ਕਾਰਬਨ ਹੈ, ਸੋ ਇਹਦੇ ਨਾਲ ਇੱਕ ਸਿਰਫ ਹਾਈਡਰੋਜਨ ਲੱਗੇਗਾ, ਕਾਰਬਨ ਟੋਟਲ 1। ਈਥੇਨਲ ਦੇ ਵਿੱਚ ਦੇਖੋ, ਇਥ ਦਾ ਮਤਲਬ ਹੁੰਦਾ ਹੈ ਟੋਟਲ 2 ਕਾਰਬਨ, ਇੱਕ ਕਾਰਬਨ ਤਾਂ CHO ਹੈਗਾ ਹੀ ਹੈ, ਦਿਸ
1 ਕਾਰਬਨ ਇਜ਼ देयर। ਹੋਰ ਕਿੰਨੀਆਂ ਕਾਰਬਨਸ ਚਾਹੀਦੀਆਂ? ਇੱਕ। ਸੋ ਇੱਕ ਦੇ ਕੋਰਸਪੋਂਡਿੰਗ ਐਲਕਾਈਲ ਗਰੁੱਪ ਮੀਥਾਈਲ ਗਰੁੱਪ ਹੋਏਗਾ, ਸੋ ਇਟ ਬਿਕਮਸ ਇਥੇਨਲ। ਪ੍ਰੋਪੇਨਲ ਦੇਖੋ, ਪ੍ਰੋਪੇਨਲ ਦੇ ਵਿੱਚ C3 ਚਾਹੀਦੇ ਆ ਨਾ ਆਪਾਂ ਨੂੰ ਟੋਟਲ। ਹੁਣ ਇਹਨਾਂ C3 ਦੇ ਵਿੱਚੋਂ ਇੱਕ C ਤਾਂ CHO, ਮਤਲਬ ਆ ਫੰਕਸ਼ਨਲ ਗਰੁੱਪ ਵਾਲਾ ਇੱਕ ਤਾਂ ਹੈਗਾ ਹੀ ਹੈ। ਪਿੱਛੇ ਕਿੰਨੇ ਹੋਰ ਚਾਹੀਦੇ ਆ? ਸੋ ਪਿੱਛੇ 2 ਹੋਰ ਚਾਹੀਦੇ ਆ। ਸੋ 2 ਦੇ ਕੋਰਸਪੋਂਡਿੰਗ R ਗਰੁੱਪ ਕਿੰਨਾ ਬਣੇਗਾ? C2H5। ਸੋ ਦਿਸ ਇਜ਼ ਫਾਰਮੂਲਾ ਆਫ ਪ੍ਰੋਪੇਨਲ। ठीक है, so I am writing once more methanol, methanol HCHO ਜਿਹਨੂੰ ਆਪਾਂ ਫਾਰਮੈਲਡੀਹਾਈਡ ਵੀ ਕਹਿ ਦਿੰਨੇ ਆ। ਕੀ ਨਾਮ ਹੈ ਇਹਦਾ? ਫਾਰਮੈਲਡੀਹਾਈਡ। ਦੈਨ ਇਥੇਨਲ, ਇਥੇਨਲ ਨੂੰ ਆਪਾਂ C2H5CHO ਨਹੀਂ ਲਿਖਣਾ, CH3CHO। ਓਕੇ, ਇਹਨੂੰ ਆਪਾਂ ਐਸੀਟੈਲਡੀਹਾਈਡ ਕਹਿ ਦਿੰਨੇ ਆ ਕਾਮਨ ਲੈਂਗੁਏਜ। ਓਕੇ, ਦੈਨ ਪ੍ਰੋਪੇਨਲ, ਪ੍ਰੋਪ ਦਾ ਮਤਲਬ ਹੁੰਦਾ ਹੈ 3 ਕਾਰਬਨ। 3 ਕਾਰਬਨਸ ਦੇ ਵਿੱਚੋਂ ਇੱਕ ਤਾਂ CHO ਹੈ, ਸੋ ਬਾਕੀ ਬਚੇ 2, ਉਹਨਾਂ ਦੇ ਕੋਰਸਪੋਂਡਿੰਗ R ਗਰੁੱਪ ਲੱਗ ਜਾਣਾ, C2H5 ਲੱਗ ਜਾਣਾ। ਨਾਓ ਆਈ ਐਮ ਵੇਟਿੰਗ ਹੇਅਰ, ਤੁਸੀਂ ਬੇਟਾ ਲਾਈਵ ਚੈਟ ਦੇ ਵਿੱਚ ਬਿਊਟੇਨਲ ਦਾ ਫਾਰਮੂਲਾ ਲਿਖੋ and pentanol. Please hurry up so that ਮੈਨੂੰ ਕਲੀਅਰ ਹੋ ਜਾਏ ਬੇਟਾ ਕਿ ਤੁਹਾਨੂੰ ਸਮਝ ਲੱਗ ਗਈ ਹੈ। ਐਂਡ ਪਲੀਜ਼ ਟਾਈਪ #chemistryhood ਅਗਰ ਤੁਹਾਨੂੰ ਸਮਝ ਲੱਗ ਗਈ ਹੈ ਤਾਂ। ਬਟ ਬਿਫੋਰ दैट ਬਿਊਟੇਨਲ ਔਰ ਪੈਂਟੇਨਲ ਦਾ ਫਾਰਮੂਲਾ ਚਾਹੀਦਾ ਮੈਨੂੰ। ਯੈਸ, ਆਈ ਐਮ ਗਿਵਿੰਗ ਯੂ 10 seconds। ਓਕੇ, ਹੁਣ ਬੇਟਾ ਬਿਊਟ ਦਾ ਮਤਲਬ ਹੁੰਦਾ ਹੈ 4 ਕਾਰਬਨਸ। ਸੋ 1 ਕਾਰਬਨ ਇਜ਼ ਫਰੋਮ ਫੰਕਸ਼ਨਲ ਗਰੁੱਪ, ਤਾਂ ਪਿੱਛੇ ਕਿੰਨੇ ਹੋਰ ਕਾਰਬਨ ਚਾਹੀਦੇ ਆ? 3। 3 ਦਾ ਦੁਗਣਾ 6, 6 ਜਮਾ 1 7। ਸੋ ਦਿਸ ਇਜ਼ ਬਿਊਟੇਨਲ। ਪੈਂਟੇਨਲ ਦੇ ਵਿੱਚ ਟੋਟਲ 5 ਕਾਰਬਨ ਹੁੰਦੇ ਆ, ਬਟ ਇਹਨਾਂ 5 ਦੇ ਵਿੱਚੋਂ ਇੱਕ ਕਾਰਬਨ ਤਾਂ CHO। ਸੋ ਬਾਕੀ ਕਿੰਨੇ ਬਚੇ? C4। 4 ਦਾ ਦੁਗਣਾ 8, 8 + 1 9। ਸੋ ਐਲਡੀਹਾਈਡਸ ਦੇ ਵਿੱਚ ਬੇਸਿਕ ਤੁਹਾਨੂੰ ਨੋਮਨਕਲੇਚਰ ਆ ਗਈ ਹੋਣੀ ਚਾਹੀਦੀ ਹੈ। ਬੇਟਾ ਜਿਹੜਾ ਇਹ ਤੁਹਾਡੇ ਸਾਹਮਣੇ ਨਾਮ ਆਇਆ ਹੈ ਇਹਦਾ IUPAC ਨੇਮ। IUPAC ਨੇਮਿੰਗ ਵਾਸਤੇ ਆਪਾਂ ਜਿਹੜੀ ਐਲਡੀਹਾਈਡਿਕ ਕਾਰਬਨ ਹੈ ਉਹਨੂੰ ਕਾਰਬਨ ਨੰਬਰ 1 2 3 4। ਸੋ 4 ਕਾਰਬਨ ਹੈ ਆਪਣੇ ਕੋਲੇ, ਲੌਂਗੇਸਟ ਚੇਨ ਬਣਾ ਰਹੇ ਹੈ। ਇਸ ਕਾਰਬਨ ਦੀ ਗਿਣਤੀ 4 ਦੇ ਅਕੋਰਡਿੰਗਲੀ ਇਹਦਾ ਨਾਮ ਬਿਊਟੇਨਲ ਤਾਂ ਸਮਝ ਲੱਗ ਗਿਆ है ना। 4 ਕਾਰਬਨ ਹੈ ਔਰ ਪਹਿਲੀ ਪੋਜੀਸ਼ਨ ਆਪਾਂ ਦੇਣੀ ਹੈ ਕਾਰਬੋਨਿਲ ਕਾਰਬਨ ਨੂੰ, दूसरी पोजीशन ते मीथाइल ग्रुप लगे और तीसरी पोजीशन ते क्लोरो ग्रुप लगे। तो आप इनका पूरा नाम की लिखांगे बेटे? लाइव चैट दे विच जे तुहानू ये आंदा है तो प्लीज लिखो। इट विल बी 3 क्लोरो, शाबाश, 2 मीथाइल। जेड़े बच्चे यही सोच रहे सी बेटा वेरी गुड, ब्रिलियंट, तुहानू समझ आ गया। This is the complete name of this structure. Okay, एक होर आपां फार्मूला लैके इत्थे उंदी प्रैक्टिस करते हैं। हुण प्लीज मेरे नाल नाल ही बेटा तुसी ट्राई करो कि इनू ड्रॉ कर लो और इनदी नॉमनक्लेचर बिल्कुल हुणे ही IUPAC नेम टाइप करो लाइव चैट दे विच। किन्ने कार्बन्स हैं? 1 2 3। so it will be prop, ਆਪਾਂ ਪ੍ਰੋਪੇਨਲ। एन ਇੱਥੇ ਤਾਂ ਆਂਦਾ ਹੈ ਜੇ ਸਾਰੇ ਕਿਤੇ ਸਿੰਗਲ ਬੌਂਡ ਹੋਵੇ ਕਾਰਬਨਸ ਦੇ ਵਿਚਕਾਰ, ਬਟ ਇੱਥੇ ਤੁਹਾਨੂੰ ਕੀ ਦਿਖ ਰਿਹਾ ਹੈ ਕਿ ਕਾਰਬਨ ਨੰਬਰ 2 ਦੇ ਨਾਲ ਡਬਲ ਬੌਂਡ ਹੈ, ਸੋ ਇਟ ਵਿਲ ਬੀ ਪ੍ਰੋਪ 2 ਈਨ ਅਲ। ਬੇਟੇ ਇੱਥੇ ਆਪਾਂ ਅਦਰਵਾਈਜ਼ ਜੇ ਸਾਰੇ ਕਿਤੇ ਸਿੰਗਲ ਬੌਂਡ ਹੁੰਦਾ ਤਾਂ ਪ੍ਰੋਪੇਨਲ ਕਹਿਣਾ ਸੀ ਨਾ, ਬਟ ਆ A ਦੀ ਥਾਂ ਤੇ E ਦਾ ਮਤਲਬ ਹੈ ਕਿ ਦਿਸ ਇਜ਼ ਅਲਕਾਈਨ
ਕਾਰਬਨ ਔਰ ਕਾਰਬਨ ਦੇ ਵਿਚਕਾਰ ਸੈਕੰਡ ਪੋਜੀਸ਼ਨ ਤੇ ਡਬਲ ਬੌਂਡ ਲੱਗਿਆ ਹੋਇਆ ਹੈ। ਓਕੇ, ਸੋ ਇਸੇ ਤਰੀਕੇ ਦੇ ਨਾਲ ਤੁਸੀਂ ਹੁਣ ਅੱਗੇ ਜਿਹੜੇ ਫਿਨੋਲਸ ਦੇ ਕੇਸ ਦੇ ਵਿੱਚ ਆਪਾਂ ਜਿਵੇਂ ਫਿਨੋਲ ਮੀਨਸ ਯੈਸ ਆਪਾਂ ਚੈਪਟਰ ਕੀਤਾ ਹੈ ਦਿਸ ਇਜ਼ ਫੀਨੋਲ। ਸੋ ਜੇ ਆਪਾਂ ਐਰੋਮੈਟਿਕ ਐਲਡੀਹਾਈਡਸ ਦੀ ਗੱਲ ਕਰੀਏ ਤਾਂ ਐਰੋਮੈਟਿਕ ਐਲਡੀਹਾਈਡਸ ਦੇ ਵਿੱਚ ਪਹਿਲਾ ਮੈਂਬਰ ਆਂਦਾ ਹੈ ਜਦੋਂ ਬੈਂਜ਼ੀਨ ਰਿੰਗ ਦੇ ਨਾਲ ਡਾਇਰੈਕਟ CH3 ਗਰੁੱਪ ਲੱਗਿਆ ਹੋਇਆ ਹੈ। ਇਹਨੂੰ CH3 ਗਰੁੱਪ ਜੇ ਲੱਗਿਆ ਹੋਵੇ ਪਹਿਲੇ ਇਹ ਦੱਸਿਓ ਕੀ ਹੁੰਦਾ। ਦਿਸ ਇਜ਼ ਟੋਲੂਇਨ। ਬੈਂਜ਼ੀਨ ਰਿੰਗ ਦੇ ਉੱਪਰ ਜੇ ਐਲਡੀਹਾਈਡਿਕ ਗਰੁੱਪ ਲੱਗਿਆ CHO ਤਾਂ ਇਹਦਾ ਨਾਮ ਹੋਏਗਾ ਬੈਂਜ਼ੈਲਡੀਹਾਈਡ। ਇਟ ਵਿਲ ਬੀ ਬੈਂਜ਼ੈਲਡੀਹਾਈਡ। ਠੀਕ, ਬੈਂਜ਼ੈਲਡੀਹਾਈਡ ਦੇ ਬਾਅਦ ਜੇ ਮੰਨ ਲਓ ਹੁਣ ਇਸ ਸਟਰਕਚਰ ਦੇ ਵਿੱਚ ਦਿਸ ਇਜ਼ ਐਲਡੀਹਾਈਡ ਗਰੁੱਪ ਬੈਂਜ਼ੈਲਡੀਹਾਈਡ ਹੈ ਨਾ, ਜੇ ਇੱਥੇ ਕੋਈ ਵੀ ਹੋਰ ਗਰੁੱਪ ਲੱਗ ਜਾਂਦਾ ਹੈ ਤਾਂ ਆਪਾਂ ਪ੍ਰੈਫਰੈਂਸ ਤਾਂ ਬੈਂਜ਼ੈਲਡੀਹਾਈਡ ਨੂੰ ਹੀ ਦੇਣੀ ਹੈ। ਤਾਂ ਦਿਸ ਵਿਲ ਬੀ ਇਹਦਾ ਨਾਮ ਕੀ ਬਣ ਜਾਏਗਾ 2 ਮਿਥਾਈਲ ਬੈਂਜ਼ੈਲਡੀਹਾਈਡ। ਸਮਝ ਲੱਗ ਰਿਹਾ ਹੈ ਕਿ ਆਪਾਂ ਐਲਡੀਹਾਈਡਿਕ ਗਰੁੱਪ ਨੂੰ ਪ੍ਰੈਫਰੈਂਸ ਦੇਣੀ ਹੈ। ਓਕੇ, ਨੋਟ ਕਰੋ ਇਹਨੂੰ ਨਾਲ ਦੀ ਨਾਲ। ਨੈਕਸਟ ਹੈ ਆਪਣੇ ਕੋਲੇ ਕਿ ਜੇ ਬੈਂਜ਼ੈਲਡੀਹਾਈਡਿਕ ਰਿੰਗ ਤੇ OH ਲੱਗ ਜੇ ਇਹਦਾ ਨਾਮ ਕੀ ਹੋਏਗਾ। ਬਿਲਕੁਲ ਠੀਕ, ਸ਼ਾਬਾਸ਼। OH ਗਰੁੱਪ ਜਦੋਂ ਸਬਸਟੀਟੂਐਂਟ ਦੀ ਫਾਰਮ ਚ ਆਂਦਾ ਹੈ ਨਾ ਤਾਂ ਇਹਨੂੰ ਆਪਾਂ ਹਾਈਡਰੋਕਸੀ ਕਹਿੰਦੇ ਆ। ਸੋ ਇਹ ਸੈਕੰਡ ਪੋਜੀਸ਼ਨ ਹੋਈ, ਦਿਸ ਇਜ਼ ਫਰਸਟ। ਸੋ 2 ਹਾਈਡਰੋਕਸੀ ਬੈਂਜ਼ੈਲਡੀਹਾਈਡ ਇਹਦਾ ਨਾਮ ਹੋ ਜਾਏਗਾ। हैशटैग केमिस्ट्रीहुड अगर समझ लग रहा है ਤਾਂ ਟਾਈਪ ਕਰੋ ਤੇ ਇੱਥੇ ਹੁਣ ਤੁਸੀਂ ਮੈਨੂੰ ਖੁਦ ਨਾਮ ਲਿਖ ਕੇ ਦੱਸੋਗੇ ਲਾਈਵ ਚੈਟ ਚ। ਪਲੀਜ਼ ਟਾਈਪ ਕਰੋ ਇਹਦਾ ਨਾਮ ਕੀ ਹੈ ਬੇਟਾ। ਦਿਸ ਇਜ਼ ਸਿੰਗਲ ਬੌਂਡ ਓਵਰ ਹੇਅਰ। बेटा ये नाइट्रो ग्रुप है, दिस ग्रुप इज नाइट्रो ग्रुप। yes 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 come on, this is carbon number 1 2 3 4, so it will be 4 nitro benzaldehyde। बेटे कुछ मुश्किल लग रहे हैं ਇਹਦੇ ਚ ਤੁਹਾਨੂੰ, कुछ मुश्किल नहीं लगना चाहिए। आई होप कि ਤੁਹਾਨੂੰ ਕਾਫੀ ਕਲੀਅਰ ਹੋ ਜਾਣੇ ਚਾਹੀਦੇ ਇਹ ਚੀਜ਼ਾਂ। ਸੋ ਨੈਕਸਟ ਬਸ ਇੱਕ ਐਗਜ਼ਾਮਪਲ ਹੋਰ ਕਰਦੇ ਹਾਂ ਆਪਾਂ, ਫਿਰ ਐਲਡੀਹਾਈਡਸ ਆਪਣੇ ਹੋ ਗਏ। CHO ਗਰੁੱਪ ਦੇ ਨਾਲ OCH3 ਗਰੁੱਪ ਲੱਗਿਆ। ਹਾਂਜੀ ਬੇਟੇ ਇਹਦਾ ਨਾਮ ਕੀ ਹੋਏਗਾ। ਯੈਸ, ਟਰਾਈ ਟੂ ਆਨਸਰ ਲਾਈਵ ਚੈਟ। बेटे इस ग्रुप ਨੂੰ ਆਪਾਂ ਕੀ ਕਹਿੰਦੇ ਹਾਂ, दिस इज मिथॉक्सी ग्रुप। ਕੀ ਨਾਮ ਹੈ ਇਹਦਾ, ਮਿਥੌਕਸੀ। ਸੋ ਹੁਣ ਇਹਦਾ ਕੁਝ ਤੁਹਾਡੇ ਸਾਹਮਣੇ ਕੁਝ ਇਸ ਸਟਰਕਚਰ ਦਾ ਨਾਮ ਤੁਹਾਡੇ ਮਾਈਂਡ 'ਚ ਬਣ ਰਿਹਾ ਹੈ। दिस इज कार्बन नंबर 1, दिस इज कार्बन नंबर 2 एंड दिस इज 3। सो ये बनेगा 3 मिथॉक्सी बेंज़ाल्डिहाइड। हैशटैग केमिस्ट्रीहुड, हैशटैग केमिस्ट्रीहुड। ओके नाउ फाइनल, बिल्कुल ਆਪਾਂ ਇਸ ਦੇ ਬਾਅਦ ਐਲਡੀਹਾਈਡਸ ਦਾ ਜ਼ਿਕਰ ਨਹੀਂ ਕਰਾਂਗੇ ਜੇ ਤੁਸੀਂ ਮੈਨੂੰ ਇਹਦਾ ਨਾਮ ਦੱਸ ਦਿੰਦੇ ਹੋ। ਯੈਸ give it a minute, take 30 seconds। yes 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 बेटे एक चीज याद रखो कि ਆਪਾਂ ਐਲਡੀਹਾਈਡਿਕ ਗਰੁੱਪ ਨੂੰ ਮਿਨੀਮਮ ਨੰਬਰ ਦੇਣਾ ਹੈ, ਇਹਨੂੰ ਪ੍ਰੈਫਰੈਂਸ ਦੇਣੀ ਹੈ। ਸੋ ਇਟ ਵਿਲ ਹੈਵ ਟੂ ਬੀ ਕਾਰਬਨ ਨੰਬਰ 1, this is carbon number 2 and this is carbon number 3। so basically this is prop 2 ene
ਅਲ। ਬਟ ਇਸ ਪ੍ਰੋਪ ਦੇ ਤੀਜੇ ਕਾਰਬਨ ਤੇ ਕੀ ਲੱਗਿਆ ਹੋਇਆ ਹੈ? ਦਿਸ ਇਜ਼ 3 ਫਿਨਾਈਲ। ਓਕੇ, ਸੋ ਇਹਨੂੰ ਕਾਮਨ ਲੈਂਗੁਏਜ ਦੇ ਵਿੱਚ ਨਾ ਆਪਾਂ ਸਿਨਾਮੈਲਡੀਹਾਈਡ ਕਹਿ ਦਿੰਦੇ ਹਾਂ। ਦਿਸ ਇਜ਼ ਦਾਲਚੀਨੀ ਹੁੰਦੀ ਹੈ ਨਾ ਬੇਟਾ, ਜਿਹੜੀ ਦਾਲਚੀਨੀ ਸੁਣੀ ਹੈ, cinnamon sticks, so this is cinnamaldehyde। ਕਾਮਨ ਨੇਮ ਹੈ, IUPAC ਨੇਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਲਿਖਣਾ ਆਣਾ ਚਾਹੀਦਾ ਹੈ, ਜੋ ਤੁਹਾਨੂੰ ਆ ਗਿਆ। ਸੋ ਨਾਓ we will be doing nomenclature of ketones। ਸੋ ਜੇ ਐਲਡੀਹਾਈਡਸ ਦੀ ਆ ਗਈ ਨਾ ਤਾਂ ਕੀਟੋਨਸ ਦੀ ਕੋਈ ਮੁਸ਼ਕਿਲ ਨਹੀਂ ਹੈ। ਕੀਟੋਨਸ ਦੇ ਵਿੱਚ ਵੀ ਇਹੀ ਕਾਰਬੋਨਿਲ ਕਾਰਬਨ ਹੋਣਾ ਹੈ, ਬਟ ਇਹਦੇ ਦੋਨੋਂ ਪਾਸੇ R ਗਰੁੱਪ ਲੱਗਿਆ ਹੋਣਾ ਹੈ। ਮਤਲਬ ਕੀਟੋਨ ਗਰੁੱਪ ਇਜ਼ ਨੈਵਰ ਔਨ ਟਰਮੀਨਲ। ਇਹ ਕਦੀ ਵੀ ਕਾਰਬਨ ਚੇਨ ਦੇ ਟਰਮੀਨਲ ਤੇ ਯਾਨੀ ਕਿਨਾਰਿਆਂ ਤੇ ਯਾਨੀ ਐਂਡਸ ਤੇ ਨਹੀਂ ਹੁੰਦਾ। ਇਟਸ ਆਲਵੇਜ਼ ਇਨ ਬਿਟਵੀਨ ਟੂ R ਗਰੁੱਪਸ। ਠੀਕ ਹੈ, ਕਦੇ ਵੀ ਇਹਨਾਂ ਦੀ ਥਾਂ ਤੇ H ਨਹੀਂ ਹੋਏਗਾ। ਇਟ ਵਿਲ ਨਾਟ ਬੀ H, ਇਟ ਵਿਲ ਬੀ ਮਿਨੀਮਮ ਮੀਥਾਈਲ ਗਰੁੱਪ। ਸੋ ਜਿਹੜਾ ਪਹਿਲਾ ਕੀਟੋਨ ਦਾ ਮੈਂਬਰ ਬਣੇਗਾ, ਫਰਸਟ ਮੈਂਬਰ ਆਫ ਕੀਟੋਨ, ਉਹਦਾ ਨਾਮ ਕੀ ਹੋਏਗਾ? 1 2 3 ਕਾਰਬਨ ਲਗਾਤਾਰ ਚੇਨ ਦੇ ਵਿੱਚ ਹੈ ਨਾ, ਸੋ ਇਟ ਵਿਲ ਬੀ ਪ੍ਰੋਪ एन। एन क्यों लग्या? क्योंकि इत्थे कार्बन और कार्बन दे विचकार सिंगल बॉन्ड है। आई रिपीट, कार्बन और कार्बन दे विचकार सिंगल बॉन्ड। और सेकंड पोजीशन ते कीटोन ग्रुप है, ओन। ठीक है, सो प्रोपेन दे विच तां बेटे क्योंकि 3 कार्बन है, सेकंड पोजीशन तो अलावा किते डबल बॉन्ड ओ आ ही नहीं सकता। सो चाहे 2 लिखो या ना लिखो कोई फर्क नहीं पैना। ठीक, ਨੈਕਸਟ ਜਿਹੜਾ ਕੀਟੋਨਸ ਦਾ ਮੈਂਬਰ ਹੈ ਜਿਹਨੂੰ ਅਸੀਂ ਬਿਊਟੇਨੋਨ ਕਵਾਂਗੇ। ਪ੍ਰੋਪੇਨੋਨ ਜੇ ਪਹਿਲਾ ਮੈਂਬਰ ਹੈ ਤਾਂ ਬਿਊਟੇਨੋਨ ਦੂਜਾ ਮੈਂਬਰ ਹੋਏਗਾ ਨਾ। ਬਿਊਟੇਨੋਨ ਦਾ ਸਟਰਕਚਰ ਕੀ ਬਣੇਗਾ? ਤੁਸੀਂ ਇਹਦੇ ਵਿੱਚ ਨਾ ਵੈਲਿਊ ਭਰ ਕੇ ਦੇਖੋ। ਆਪਾਂ ਨੂੰ ਕੁੱਲ 4 ਕਾਰਬਨਸ ਚਾਹੀਦੇ ਹੈ। ਠੀਕ, ਇੱਕ ਕਾਰਬਨ ਤਾਂ ਇਹ ਕੰਪਲਸਰੀ ਹੈਗਾ ਹੀ ਹੈਗਾ। ਟੋਟਲ 4, ਇੱਕ ਪਾਸੇ 1 ਤੇ ਦੂਜੇ ਪਾਸੇ ਜੇ ਆਪਾਂ 2 ਲਗਾ ਦਈਏ ਤਾਂ ਕੁੱਲ ਮਿਲਾ ਕੇ 4 ਕਾਰਬਨ ਹੋ ਗਏ। ਸਟਰਕਚਰ ਕਿੱਦਾਂ ਬਣੇਗਾ ਇਹਦਾ? CH3 CH2 C ਡਬਲ ਬੌਂਡ O CH3। ਹੁਣ ਸਾਰੇ ਕਾਰਬਨ ਤੁਹਾਨੂੰ ਇੱਕ ਲਗਾਤਾਰ ਚੇਨ ਚ ਦਿਖ ਰਹੇ ਆ। ਸੋ ਇਹ ਬਿਊਟੇਨ 2 ਓਨ ਬਣੇਗਾ। ਦਿਸ ਵਿਲ ਬੀ ਬਿਊਟੇਨ 2 ਓਨ। ਪਰ ਇੱਥੇ ਵੀ 2 ਓਨ ਲਿਖਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਾਰਨ 2 ਓਨ ਲਿਖਣ ਦਾ ਕੋਈ ਮਤਲਬ, ਜੇ ਆਪਾਂ ਸਪੋਜ਼ ਇਸ ਕਾਰਬਨ ਤੇ ਯਾਨੀ ਕਿ ਇਸ ਵਾਲੀ ਕਾਰਬਨ ਤੇ ਡਬਲ ਬੌਂਡ O ਲਗਾ ਦਿੰਨੇ ਆ ਤਾਂ ਵੀ ਤਾਂ ਅਸੀਂ ਨੰਬਰਿੰਗ ਇਧਰੋਂ ਸ਼ੁਰੂ ਕਰ ਸਕਦੇ ਆ। ਇਹ ਆ ਜਾਏਗਾ ਬਿਊਟੇਨ 2 ਓਨ ਹੀ ਬਣੇਗਾ। ਠੀਕ ਹੈ, ਸੋ ਕੀਟੋਨਸ ਦਾ ਜਿਹੜਾ ਨੈਕਸਟ ਮੈਂਬਰ ਹੈ ਉਹਨੂੰ ਅਸੀਂ ਕਹਿੰਦੇ ਆ, प्रोपेन हो चुका है, प्रोपेनोन, ब्यूटेनोन हो चुका है, नेक्स्ट विल बी पेंटेनोन। मैं वैसे ही हाइफन पाता इत्थे। पेंट मतलब 5 कार्बन तुसी एक चेन च लगा दो। ठीक है, जे हुन इत्थे डबल बॉन्ड O लगे है, हाइड्रोजन्स पूरियां करो सारे किते। हुन इट इज क्वाइट पॉसिबल कि इत्थे भी लग्या हो सकता है। सो इनका नाम की होएगा? इट विल बी पेंटेन 3 ओन। और इनका नाम की होएगा? इट विल बी पेंटेन 2 ओन। ठीक है, सो पेंटेनोन दियां ही 2 आइसोमेरिक फॉर्म्स आ गई, पेंटेन 2 ओन एंड पेंटेन 3 ओन। सो नाउ मैं बेटा ਤੁਹਾਨੂੰ ਇੱਕ ਸਟਰਕਚਰ ਦੇ ਰਹੀ ਹਾਂ ਔਰ ਮੈਨੂੰ ਇਹਦਾ ਨਾਮ ਤੁਸੀਂ ਲਿਖ ਕੇ ਦੱਸਣਾ ਹੈ। ਪਲੀਜ਼ ਆਨਸਰ। ਯੈਸ, ਓਕੇ। ਸੋ 1 2 ਤੇ 3 ਟੋਟਲ 5 ਕਾਰਬਨ ਸਟ੍ਰੇਟ ਚੇਨ ਚ ਹੈ। ਸੋ ਦਿਸ ਵਿਲ ਬੀ ਪੈਂਟ, ਸਾਰੀਆਂ ਕਾਰਬਨਸ ਚ ਸਿੰਗਲ ਬੌਂਡ ਹੈ, ਪੈਂਟੇਨ
ਸੈਕਿੰਡ ਪੋਜੀਸ਼ਨ ਤੇ ਓਨ। ਠੀਕ ਹੈ, ਸੋ ਦਿਸ ਵਾਜ਼ ਵੈਰੀ ਸਿੰਪਲ। ਆਣਾ ਚਾਹੀਦਾ ਬੇਟਾ ਇਹ ਹੁਣ ਤੁਹਾਨੂੰ। ਨਾਓ write down name of this particular compound. Let me help you. ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰ ਦਿੰਨੀ ਆ ਇੱਥੇ ਬੇਟਾ। 4 ਕਾਰਬਨ ਸਟ੍ਰੇਟ ਚੇਨ ਚ ਹੈ, ਸਾਰਿਆਂ ਦੇ ਉੱਤੇ ਸਿੰਗਲ ਬੌਂਡ ਹੈ, ਸਾਰਿਆਂ ਦੇ ਵਿਚਕਾਰ। ਸੋ ਬਿਊਟੇਨ ਬਣ ਰਿਹਾ ਹੈ। ਬਿਊਟੇਨ ਦੀ ਮੈਂ E ਕੱਟ ਦਿੱਤੀ ਕਿਉਂਕਿ ਮੈਨੂੰ ਇੱਥੇ ਡਬਲ ਬੌਂਡ O ਨਜ਼ਰ ਆ ਰਹੇ ਹਨ। So it will be butane 2,3-dione. Clear? समझ लग रही है बेटा इससे कि 4 कार्बन स्ट्रेट चेन च है, दूसरी और तीसरी पोजीशन ते कीटोनिक ग्रुप लग्या है, इस करके इनका नाम ब्यूटेन 2,3-dione बन गया। सो एरोमेटिक कीटोन्स दी भी आपां गल कर लीए जरा। एरोमेटिक कीटोन्स का मतलब की होएगा कि उनदे विच फिनाइल ग्रुप आएगा, बेंजीन रिंग होएगी। ठीक है, सो लेट अस नाउ ट्राई टू राइट दिस वेरी स्ट्रक्चर्स नेम। इनका नाम की बनेगा? देखो बेटा, कार्बन नंबर 1 2 3। सो आपां इत्थे इनू थर्ड नंबर दवांगे ਤਾਂ ਠੀਕ ਰਹੇਗਾ? ਨਹੀਂ, ਆਪਾਂ ਇੱਥੇ ਇਹਨੂੰ ਕਾਰਬਨ ਨੰਬਰ 1 2 ਔਰ ਇਹਨੂੰ 3। ਸੋ ਫਰਸਟ ਕਾਰਬਨ ਤੇ ਫਿਨਾਈਲਿਕ ਗਰੁੱਪ ਲੱਗਿਆ ਹੋਇਆ, ਸੋ ਮੈਂ ਇਹਨੂੰ ਕਹੂੰਗੀ 1 ਫਿਨਾਈਲ, 1 ਫਿਨਾਈਲ ਪ੍ਰੋਪੇਨ, ਪ੍ਰੋਪੇਨ 1 ਓਨ। ਹੁਣ ਇੱਥੇ ਪ੍ਰੋਪੇਨ ਦੇ ਵਿੱਚ 1 ਓਨ ਸਮਝ ਆਉਂਦਾ ਕਿ 1 2 3 ਇਹ 3 ਕਾਰਬਨਸ ਹੈ। ਪਹਿਲੀ ਕਾਰਬਨ, ਕਿਉਂਕਿ ਆਪਾਂ ਫੰਕਸ਼ਨਲ ਗਰੁੱਪ ਨੂੰ ਸਭ ਤੋਂ ਘੱਟ ਨੰਬਰ ਦੇਣਾ ਹੁੰਦਾ, ਇਸ ਕਰਕੇ ਇਹਨੂੰ ਆਪਾਂ 3 ਨੰਬਰ ਨਹੀਂ ਦੇਣਾ, ਇਹਨੂੰ ਆਪਾਂ 1 ਨੰਬਰ ਦਵਾਂਗੇ, ਕਿਉਂਕਿ ਫੰਕਸ਼ਨਲ ਗਰੁੱਪ ਨੂੰ ਆਪਾਂ ਸਭ ਤੋਂ ਘੱਟ ਨੰਬਰ ਦੇਣਾ ਹੁੰਦਾ। ਠੀਕ ਹੈ, ਸੋ ਬੈਂਜ਼ੀਨ ਰਿੰਗ ਵਾਲਾ ਇੱਕ ਹੋਰ ਐਗਜ਼ਾਮਪਲ ਲੈਣੇ ਆ ਜਿਹਦੇ ਨਾਲ ਤੁਹਾਨੂੰ ਕੀਟੋਨਸ ਦੀ ਨੋਮਨਕਲੇਚਰ ਹੋਰ ਕਲੀਅਰ ਹੋ ਜਾਏਗੀ। ਸੋ ਦਿਸ ਇਜ਼ C6H5। ਬੇਟੇ ਇਹਨੂੰ ਨਾਲ ਦੀ ਨਾਲ ਆਪਣੀਆਂ ਕਾਪੀਜ਼ ਤੇ ਲਿਖੋ ਤਾਂ ਕਿ ਤੁਹਾਨੂੰ ਨੋਮਨਕਲੇਚਰ ਕਿੱਦਾਂ ਕਰਨੀ ਹੈ ਖੁਦ ਸਮਝ ਆਏ। ਹੁਣ ਇੱਥੇ ਸਟਰਕਚਰ ਨੂੰ ਤੁਸੀਂ ਖੁਦ ਇਵੈਲੂਏਟ ਕਰੋ ਕਿ ਇੱਥੇ ਜੇ ਬੈਂਜ਼ੀਨ ਰਿੰਗ ਮੰਨ ਲਓ CH ਡਬਲ ਬੌਂਡ CH, ਇਸ C ਨੂੰ ਡਬਲ ਬੌਂਡ O ਇੱਦਾਂ ਲਿਖ ਲਓ। ਥੋੜਾ ਜਿਹਾ ਤੁਹਾਡੇ ਸਾਹਮਣੇ ਇੱਥੇ ਪਿਕਚਰ ਜੀ ਕਲੀਅਰ ਹੋਣੀ ਸ਼ੁਰੂ ਹੋਈ ਹੈ। ਇਹਨੂੰ ਆਪਾਂ ਮਿਨੀਮਮ ਨੰਬਰ ਦੇਣਾ ਇਸ ਵਾਲੀ ਕਾਰਬੋਨਿਲ ਕਾਰਬਨ ਨੂੰ। ਸੋ ਇਹਦਾ ਨਾਮ ਕੀ ਬਣੇਗਾ? ਯੈਸ, ਦਿਸ ਇਜ਼ 1 2 3 4। ਜਦੋਂ 4 ਕਾਰਬਨ ਇੱਕ ਚੇਨ ਚ ਹੈ, ਬਿਊਟ ਤਾਂ ਆ ਗਿਆ। ਸਾਰਿਆਂ ਦੇ ਵਿਚਕਾਰ ਸਿੰਗਲ ਬੌਂਡ ਹੈ? ਨਹੀਂ, ਡਬਲ ਬੌਂਡ ਹੈਗਾ ਨਾ। ਓਕੇ, ਸੋ ਇਹਨੂੰ ਆਪਾਂ ਮਿਨੀਮਮ ਪੋਜੀਸ਼ਨ ਦੇਣੀ ਹੈ 2 ਓਨ, ਇਹਨੂੰ ਤਾਂ ਅਖੀਰ ਚ ਹੀ ਲਿਖਤਾ। ਬਿਊਟ ਦੀ ਥਰਡ ਕਾਰਬਨ ਤੇ ਈਨ ਹੈ ਤੇ ਫੋਰਥ ਕਾਰਬਨ ਤੇ ਫਿਨਾਈਲ ਗਰੁੱਪ ਹੈ। ਦਿਸ ਵਿਲ ਬੀ 4 ਫਿਨਾਈਲ ਬਿਊਟ 3 ਈਨ 2 ਓਨ। ਇਜ਼ ਇਟ ਕਲੀਅਰ? हैशटैग केमिस्ट्री हुड, हैशटैग केमिस्ट्री हुड अगर ये समझ लग गया है। अदरवाइज इनू दोबारा देखो, 4 कार्बन स्ट्रेट चेंज ब्यूट, एक थां ते डबल बॉन्ड है ईन ते लास्ट कार्बन चौथी कार्बन ते फिनाइल ग्रुप लग्या होया बेंजीन रिंग, सो 4 फिनाइल। सेकंड कार्बन ते कीटोनिक ग्रुप है 2 ओन। नेक्स्ट नॉमनक्लेचर दे विच अपने अगले हीरो कह लो, दे आर कार्बोक्सिलिक एसिड्स। कार्बोक्सिलिक एसिड्स दे विच आपां एल्केनोइक एसिड सुनिया होया है, कार्बोक्सिलिक एसिड्स। सो कार्बोक्सिलिक एसिड्स दा फॉर्मूला RCOOH। सो C डबल बॉन्ड O, ये तो वही कार्बोनिल कार्बन आ गई ना, एक पासे R लग्या होया है ते एक पासे OH, तो इनू असी कह दिन्ने हैं कार्बोक्सिलिक एसिड। दिस इज
अल्केनोइक एसिड। ठीक है, ਹੁਣ ਪਹਿਲਾ ਅਲਕੇਨੋਇਕ ਐਸਿਡ ਹੋਏਗਾ ਮਿਥੇਨੋਇਕ ਐਸਿਡ। ਮਿਥੇਨੋਇਕ ਐਸਿਡ ਦਾ ਮਤਲਬ ਕੀ ਹੈ ਕਿ ਟੋਟਲ 1 ਕਾਰਬਨ। ਪੁੱਤਰ ਸਟਰਕਚਰ ਬਾਅਦ ਚੋਂ ਪਹਿਲਾ ਫਾਰਮੂਲਾ ਇਹ ਹੈ RCOOH। ਸੋ ਇੱਕ ਸੀ ਤਾਂ ਇੱਥੇ ਹੈਗੀ ਹੈ ਨਾ, ਫੰਕਸ਼ਨਲ ਗਰੁੱਪ ਦੇ ਵਿੱਚ ਇੱਕ ਸੀ ਤਾਂ ਹੈਗੀ ਹੈ, ਤਾਂ ਦੂਜੇ ਪਾਸੇ ਕੇਵਲ H ਲੱਗ ਜਾਏਗਾ, ਤਾਂ ਦਿਸ ਵਿਲ ਬੀ ਮਿਥੇਨੋਇਕ ਐਸਿਡ। ਨੈਕਸਟ ਇਥੇਨੋਇਕ ਐਸਿਡ ਕੀ ਹੋਏਗਾ? ਇਥੇਨੋਇਕ ਐਸਿਡ ਦੇ ਵਿੱਚ ਟੋਟਲ 2 ਕਾਰਬਨ ਹੋਣੇ ਚਾਹੀਦੇ ਆ, ਇੱਕ ਕਾਰਬਨ ਤਾਂ COOH ਦੇ ਵਿੱਚ ਹੀ ਹੈ, ਸੋ ਇੱਥੇ ਮਿਥਾਈਲ ਗਰੁੱਪ ਲੱਗ ਜਾਏਗਾ। ਟੋਟਲ ਕਿੰਨੇ ਬਣ ਗਏ? 2 ਕਾਰਬਨ, ਇਥੇਨੋਇਕ ਐਸਿਡ। व्हाट अबाउट प्रोपेनोइक एसिड? प्रोपेनोइक एसिड ਦਾ ਕੀ ਫਾਰਮੂਲਾ ਬਣੇਗਾ? ਟੋਟਲ 3 ਕਾਰਬਨਸ ਹੈ ਨਾ, ਤੇ ਇੱਕ ਕਾਰਬਨ ਤਾਂ ਉਹਨਾਂ ਦੇ ਵਿੱਚੋਂ COOH ਹੈ, ਸੋ I can write it as CH3CH2। ਜਾਂ ਇਹਨੂੰ ਲਿਖਣ ਦਾ ਇੱਕ ਹੋਰ ਤਰੀਕਾ ਵੀ ਹੋ ਸਕਦਾ ਹੈ। ਉਹ ਤਰੀਕਾ ਕੀ ਹੈ ਕਿ ਇੱਥੇ R ਗਰੁੱਪ ਦੇ 2 ਕਾਰਬਨਸ ਦੇ ਕੋਰਸਪੋਂਡਿੰਗ R ਗਰੁੱਪ ਲਿਖ ਦੋ, ਮਤਲਬ C2H5। ठीक है, so it can be done either ways। so ब्यूटेनोइक एसिड ਦਾ ਫਾਰਮੂਲਾ ਕੀ ਹੋਏਗਾ? ब्यूटेनोइक एसिड ਟੋਟਲ 4 ਕਾਰਬਨਸ ਹੋਣਗੇ ਤੇ ਇੱਕ ਕਾਰਬਨ ਤਾਂ ਆ ਹੈਗੀ ਹੈ, ਹੋਰ ਕਿੰਨੀਆਂ ਚਾਹੀਦੀਆਂ? 3। ਸੋ 3 ਕਾਰਬਨ ਦੇ ਕੋਰਸਪੋਂਡਿੰਗ ਐਲਕਾइल ਗਰੁੱਪ ਲਗਾ ਦਿਓ, R ਗਰੁੱਪ। ਠੀਕ ਹੈ, ਨੈਕਸਟ ਪੈਂਟੇਨੋਇਕ ਐਸਿਡ। ਪੈਂਟੇਨੋਇਕ ਐਸਿਡ ਦੇ ਵਿੱਚ ਕਿੰਨੀਆਂ ਟੋਟਲ ਕਾਰਬਨਸ ਹੋਣਗੀਆਂ? 5 ਕਾਰਬਨਸ ਵਿਲ ਬੀ देयर। ਸੋ 5 ਕਾਰਬਨਸ ਦੇ ਵਿੱਚੋਂ ਦੀ ਇੱਕ ਕਾਰਬਨ ਤਾਂ COOH ਹੈ, ਪਿੱਛੇ 4 ਕਾਰਬਨਸ ਬਚੀਆਂ C4H9। ਸੋ ਇਸੇ ਤਰੀਕੇ ਨਾਲ ਹੁਣ ਤੁਸੀਂ ਮੈਨੂੰ ਹੈਕਸੇਨੋਇਕ ਐਸਿਡ ਦਾ ਫਾਰਮੂਲਾ ਸੁਜੈਸਟ ਕਰ ਸਕਦੇ ਹੋ ਬੇਟਾ? टाइप करो लाइव चैट दे विच हेक्सेनोइक एसिड। So hexanoic acid will be C5H11COOH। now next जो ਆਪਾਂ करना है that is कार्बोक्सिलिक एसिड ਦੇ डेरिवेटिव्स करने हैं। ठीक है, सो कार्बोक्सिलिक एसिड ਦੇ ਡੈਰੀਵੇਟਿਵਸ ਦਾ ਕੀ ਮਤਲਬ ਹੋਇਆ? कार्बोक्सिलिक एसिड ਦੇ ਡੈਰੀਵੇਟਿਵਸ ਦਾ ਮਤਲਬ ਹੁੰਦਾ ਹੈ ਕਿ कार्बोक्सिलिक एसिड ਫਾਰਮੂਲੇ ਤੋਂ ਹੋਰ ਕਿਹੜੇ-ਕਿਹੜੇ ਕੰਪਾਊਂਡਸ ਜਿਹੜੇ ਆ ਬਣ ਸਕਦੇ ਆ। ਬੇਟੇ ਮੈਂ ਪਹਿਲੇ ਵੀ ਬਹੁਤ ਵਾਰੀ ਕਰਵਾਇਆ ਹੋਇਆ ਹੈ, ਬਟ ਅਗੇਨ कार्बोक्सिलिक एसिड ਡੈਰੀਵੇਟਿਵਸ। ਸੋ ਇੱਥੇ कार्बोक्सिलिक एसिड ਦਾ ਸਟਰਕਚਰ, दिस इज कार्बोक्सिलिक एसिड। तो अगर इस स्ट्रक्चर दे विच थोड़ी जी चेंज ले आंदी जावे, RCOCl मतलब OH दी थां ते आपां Cl ले आंदा, तां इहदा नाम की बन जाएगा? इहदा नाम बन जाएगा अल्केनोयल क्लोराइड। की नाम बन जाएगा? अल्केनोयल क्लोराइड, RCOCl। ठीक है, सो आपां कीता की है कि आपां सिर्फ जिहड़ा OH ग्रुप है ना उनदी थां ते Cl ग्रुप इंट्रोड्यूस करता, बाकी सारी चीज सेम है। सो प्रोपेनोइल क्लोराइड का की फॉर्मूला होएगा? कैन यू थिंक ऑफ? प्रोपेनोइल क्लोराइड इनका फॉर्मूला की होएगा? प्रोपेनोइल क्लोराइड विल बी RCOCl है, एक कार्बन तो इत्थे है, टोटल 3 कार्बन चाहिए ना, सो इट विल बी C2H5COCl। सो दिस इज पहला डेरिवेटिव आपां कीता है अल्केनोयल क्लोराइड। सेकेंड डेरिवेटिव जो आपां करना है कार्बोक्सिलिक एसिड दा, दैट इज जे आपां इस OH ਦੀ ਥਾਂ ਤੇ NH2 ले आइए। ठीक है, सो दिस इज RCONH2
ਔਰ ਇਹਨੂੰ ਆਪਾਂ ਕਵਾਂਗੇ ਐਸਿਡ ਐਮਾਈਡ। ਦਿਸ ਇਜ਼ ਐਸਿਡ ਐਮਾਈਡ। ਔਰ ਇਹਦਾ IUPAC ਨੇਮ ਹੋਏਗਾ ਅਲਕੇਨਾਮਾਈਡ। ਅਲਕੇਨ एमाइड, अल्केनामाइड। औखा जा नाम लगता है ना, बट दिस इज ईजी। सपोज इत्थे तुहानू पूछा जाता है ब्यूटेनामाइड, ठीक है। ब्यूटेनामाइड मतलब कि तुसी इस फॉर्मूले दे विच वैल्यू पुट करनी है कुछ कि कार्बन 4 हो जान। एक कार्बन तो हैगी है, किन्नियां कार्बन होर चाहिए? 3। 3 का दुगना 6, 6 जमा 1 7। सो दिस इज ब्यूटेनामाइड। सो प्लीज टेल मी नाउ नेम ऑफ दिस कंपाउंड। इस कंपाउंड का नाम की होएगा? फटाफट फटाफट बेटा, यस टाइप करो लाइव चैट। दिस विल बी इथेनामाइड। ओके, सो नेक्स्ट डेरिवेटिव जो आपा करना है दैट इज RCOOH। इहदे विच जे आपा एक होर RCOOH इनू आपा ऐड कर दिए ते इन्हां दोनां दे विचों दी वाटर बार कढ दईए। ध्यान नाल देखो, RCOOH, RCOOH। इफ वी डू दिस, वाटर बार काट दिए, पिछे अपने को फॉर्मूला की बचेगा? फॉर्मूला अपने को आएगा RCO, 2 बारी आ जाएगा, तो एक आ O भी तो बच गया। सो दिस इज आवर नेक्स्ट डेरिवेटिव जिन्हों असी कहने हैं एसिड एनहाइड्राइड। ठीक है। सो दिस इज दी व्हाट वी कैन से कि बच्चे जिन्हों तो बहुत ज्यादा डरते हैं कि एनहाइड्राइड का फॉर्मूला नहीं आता। सो एनहाइड्राइड का फॉर्मूला तो सब तो सौखा है। 2 एसिड मॉलिक्यूल जिन्हों का नाम, जे सपोज आप इथेनोइक एसिड लेते हैं, उन्होंने 2 इथेनोइक एसिड, 2 इथेनोइक एसिड्स दे विचों दी आपां एक वाटर मॉलिक्यूल बाहर कढ़ता। सो पिछे की बच गया? CH3CO ट्वाइस O, और इनका नाम होएगा इथेनोइक एनहाइड्राइड। इट विल बी इथेनोइक एनहाइड्राइड। सो बेटा नाम कोई मुश्किल नहीं है जे सानू फॉर्मूले आंदे हैं, सानू तरीका आंदा है करन दा। और जे सानू नॉमनक्लेचर आंदी है ना, ये वाले नाम आंदे होणगे तां ही असी पूरे चैप्टर नू, रिएक्शंस नू अच्छी तरह समझ पावांगे। बिकॉज रिएक्शंस बहुत आसान है। लास्ट डेरिवेटिव है अपना कार्बोक्सिलिक एसिड दा एस्टर। सो एस्टर दे विच आपां कार्बोक्सिलिक एसिड दे इस स्ट्रक्चर दे विचों H दी थां ते वी प्लेस R ग्रुप। सो this R group is now not in connection with this carbon chain। आ कार्बन चेन अलग है, आ कार्बन चेन अलग है। सो ओदे नाल जिहड़ा पार्ट कनेक्टेड है ओनू असी कहने हैं अल्काइल, और जिहड़ा C दे नाल कनेक्टेड R ग्रुप है ओनू असी कहांगे अल्कानोएट। सो एस्टर्स दा नाम हुंदा है अल्काइल अल्कानोएट। एस्टर्स दे आपां 2-3 एग्जाम्पल्स लैके इन्हां दे नाम दी भी प्रैक्टिस कर लैने हैं। सपोज हुण अपने सामने आ फॉर्मूला लिखा हुआ है C2H5CO CH3 COCH3। ये फॉर्मूला गलत है, लाइक दिस। हुण बनया है एस्टर RCOOR, R डैश लिख दो। R and R dash can be same, they can be different। हुण इत्थे इहदा नाम O दे नाल जिहड़ा कनेक्टेड है हिस्सा ओनू मैं क्या सी ना अल्काइल कहना है आपां। सो इट्स नेम विल बी मीथाइल। हुण आ हिस्सा अल्कानोएट बनाओ, किन्ना बनेगा?
3 कार्बन्स है टोटल, so it will be propanoate. ठीक है? Now please try to solve it out in live chat. Yes, इनका नाम की बनेगा? Write down in the live chat. It will be ethyl, again propanoate. ठीक है? So just for testing your knowledge, please write yes, सब तो पहला इनका नाम लिखो, then इनका नाम लिखो. सो इन्हां 7 कंपाउंड्स ਦੇ ਨਾਮ ਜੇ ਤੁਸੀਂ ਹੁਣੇ ਹੀ ਲਿਖ ਦੋ ਤਾਂ ਮਜ਼ਾ ਹੀ ਆ ਜਾਏ ਕਿ ਹਾਂਜੀ ਇਹ ਸਾਨੂੰ ਆਂਦੇ ਹੈ. ਨੋਮਨਕਲੇਚਰ ਫਿਰ ਮੈਂ ਇਹ ਮੰਨ ਲਵਾਂ ਕਿ ਤੁਹਾਨੂੰ ਆ ਗਈ, ਕਲੀਅਰ ਹੋ ਗਈ. yes yes yes, hurry up, start writing. yes yes yes. ਓਕੇ, ਕਮੈਂਟ ਬਾਕਸ ਦੇ ਵਿੱਚ ਬੇਟੇ ਇਹਨਾਂ ਦੇ ਨਾਮ ਤੁਹਾਨੂੰ ਹੁਣੇ ਮਿਲ ਜਾਣਗੇ. आई थिंक बेटे कि अज नॉमनक्लेचर ਦੀ ਸਫੀਸ਼ੀਐਂਟ ਪ੍ਰੈਕਟਿਸ ਹੋ ਚੁੱਕੀ ਹੈ ਔਰ ਤੁਸੀਂ ਸਾਰੇ ਹੁਣ ਸਫੀਸ਼ੀਐਂਟਲੀ ਅਨੇਬਲਡ ਫੀਲ ਕਰ ਰਹੇ ਹੋਵੋਗੇ ਕਿ ਹਾਂਜੀ ਅਸੀਂ ਐਲਡੀਹਾਈਡ, ਕੀਟੋਨ ਜਾਂ ਕਾਰਬੋਕਸਿਲਿਕ ਐਸਿਡ ਤੋਂ ਅਸੀਂ ਡਰਾਂਗੇ ਨਹੀਂ. ਸਾਨੂੰ ਉਹਨਾਂ ਦੇ ਨਾਮ ਆਉਂਦੇ ਹੈ, ਸਟਰਕਚਰਸ ਆਉਂਦੇ ਹੈ, ਫਾਰਮੂਲੇ ਲਿਖ ਸਕਦੇ ਹਾਂ. ਠੀਕ ਹੈ? ਸੋ ਵਿਸ਼ ਯੂ ਆਲ ਦੀ ਬੈਸਟ ਵਿਦ ਦਿਸ ਨਿਊ ਚੈਪਟਰ.